ਮੇਰੀਆਂ 5 ਬੇਟੀਆਂ ਸੀ ਤੇ ਪੰਜੇ ਇੰਨੇ ਕਾਲੇ ਰੰਗ ਦੀਆਂ ਸੀ, ਕਿਤੇ ਵੀ ਉਹਨਾਂ ਦਾ ਰਿਸ਼ਤਾ ਨਹੀਂ ਹੁੰਦਾ ਸੀ। ਮੈਂ ਬਹੁਤ ਪਰੇਸ਼ਾਨ ਸੀ। ਇੱਕ ਦਿਨ ਅਚਾਨਕ ਇੱਕ ਔਰਤ ਆਪਣੇ ਖੂਬਸੂਰਤ 5 ਬੇਟਿਆਂ ਲਈ ਮੇਰੀਆਂ 5 ਬੇਟੀਆਂ ਦਾ ਰਿਸ਼ਤਾ ਲੈਣ ਲਈ ਆਈ ਤੇ ਬੋਲੀ, ਮੈਂ ਤੇਰੀਆਂ 5 ਬੇਟੀਆਂ ਨੂੰ ਆਪਣੀਆਂ ਨੂੰਹਾਂ ਬਣਾਵਾਂਗੀ, ਪਰ ਸ਼ਰਤ ਇਹ ਹੈ ਕਿ ਤੂੰ ਵਿਆਹ ਤੋਂ ਬਾਅਦ ਜਦੋਂ ਮਿਲਣ ਉਹਨਾਂ ਦੇ ਸਹੁਰੇ ਆਉਣਾ ਤਾਂ ਪਹਿਲਾਂ ਮੈਨੂੰ ਇਤਲਾਹ ਕਰੇਂਗੀ। ਮੈਂ ਮੰਨ ਗਈ। ਭਲਾ ਮੈਨੂੰ ਕੀ ਇਤਰਾਜ਼ ਹੋਣਾ ਸੀ? ਮਹਿਮਾਨ ਤਾਂ ਦੱਸ ਕੇ ਹੀ ਆਉਂਦੇ ਨੇ। ਇੱਕ ਦਿਨ ਮੈਂ ਫੋਨ ਕੀਤਾ ਤਾਂ ਕਿਸੇ ਨੇ ਨਾ ਚੁੱਕਿਆ। ਐਦਾਂ ਮੈਂ ਬਿਨਾਂ ਦੱਸੇ ਬੇਟੀਆਂ ਦੇ ਸਹੁਰੇ ਚਲੀ ਗਈ। ਜਿੱਦਾਂ ਹੀ ਅੰਦਰ ਪੈਰ ਰੱਖਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਅੱਜ ਬਹੁਤ ਖੁਸ਼ ਸੀ ਕਿਉਂਕਿ ਮੇਰੀ ਸਭ ਤੋਂ ਵੱਡੀ ਬੇਟੀ ਰੂਬੀ ਦਾ ਰਿਸ਼ਤਾ ਆ ਰਿਹਾ ਸੀ, ਪਰ ਮੈਂ ਇਹ ਸਭ ਪਹਿਲੀ ਵਾਰ ਨਹੀਂ ਹੋ ਰਿਹਾ ਸੀ। ਇਸ ਤਰ੍ਹਾਂ ਪਹਿਲਾਂ ਵੀ ਬਹੁਤ ਰਿਸ਼ਤੇ ਆਏ ਤੇ ਮੇਰੀ ਬੇਟੀ ਨੂੰ ਠੁਕਰਾ ਕੇ ਚਲੇ ਗਏ। ਵਜ੍ਹਾ ਸੀ ਮੇਰੀ ਬੇਟੀ ਦਾ ਸਾਂਵਲਾ ਰੰਗ। ਇਸ ਰੰਗ ਨੇ ਉਸ ਦੀ ਹਰ ਖੂਬੀ ਉੱਤੇ ਪਰਦਾ ਪਾ ਦਿੱਤਾ ਸੀ। ਦਿਖਾਈ ਦਿੰਦਾ ਸੀ ਤਾਂ ਸਭ ਨੂੰ ਬਸ ਐਬ, ਤੇ ਉਹ ਐਬ ਸੀ ਸਾਂਵਲਾ ਰੰਗ। ਤੇ ਹੁਣ ਮੇਰੀ ਬੱਚੀ ਦੀ ਉਮਰ ਵਿੱਚ ਵੀ ਵਾਧਾ ਹੋਈ ਜਾ ਰਿਹਾ ਸੀ। ਹੁਣ ਉਸ ਦੇ ਚਿਹਰੇ 'ਤੇ ਝੁਰੜੀਆਂ ਪੈਣ ਲੱਗ ਗਈਆਂ ਸੀ, ਵਾਲ ਚਿੱਟੇ ਹੋ ਗਏ ਸੀ। ਮੇਰੀ ਇੱਕ ਬੇਟੀ ਹੁੰਦੀ ਤਾਂ ਵੀ ਮੈਨੂੰ ਕੋਈ ਗਮ ਅੰਦਰੋਂ ਅੰਦਰੀ ਨਾ ਖਾ ਰਿਹਾ ਹੁੰਦਾ। ਰੱਬ ਨੇ ਤਾਂ ਮੈਨੂੰ 5 ਰਹਿਮਤਾਂ ਦਿੱਤੀਆਂ ਸੀ, ਜਿਨ੍ਹਾਂ ਨੂੰ ਜ਼ਮਾਨੇ ਵਾਲਿਆਂ ਨੇ ਜਹਿਮਤਾਂ ਬਣਾ ਦਿੱਤਾ ਸੀ। ਮੇਰੀਆਂ 5 ਬੇਟੀਆਂ ਕਾਲੀਆਂ ਸੀ। ਮੈਂ ਤਾਂ ਹੁਣ ਕਿਸੇ ਚਮਤਕਾਰ ਨੂੰ ਹੀ ਉਡੀਕ ਰਹੀ ਸੀ। ਹੋਇਆ ਐਦਾਂ ਕਿ ਰਿਸ਼ਤੇ ਵਾਲੀ ਔਰਤ ਸਾਡੇ ਘਰ ਆਈ। ਬੜੀ ਤਸੱਲੀ ਨਾਲ ਚਾਹ ਪੀਤੀ, ਨਾਸ਼ਤਾ ਕੀਤਾ ਤੇ ਕਹਿਣ ਦਾ ਮਤਲਬ ਚੰਗੀ ਤਰ੍ਹਾਂ ਪੇਟ ਭਰ ਪੂਜਾ ਕਰਕੇ ਆਖਿਰ ਉਸ ਨੂੰ ਖਿਆਲ ਆ ਹੀ ਗਿਆ ਕਿ ਉਹ ਤਾਂ ਲੜਕੀ ਦੇਖਣ ਆਈ ਸੀ। ਉਹ ਔਰਤ ਬੋਲੀ, ਭੈਣ ਲਿਆਓ ਆਪਣੀ ਬੇਟੀ ਨੂੰ। ਮੈਂ ਜਲਦੀ ਨਾਲ ਉੱਠ ਕੇ ਕਮਰੇ ਵਿੱਚ ਗਈ ਤੇ ਮੈਂ ਸਜੀ ਸਬਰੀ ਰੂਬੀ ਨੂੰ ਆਪਣੇ ਨਾਲ ਬਾਹਰ ਲੈ ਆਈ। ਉਸ ਔਰਤ ਨੇ ਮੇਰੀ ਬੱਚੀ ਨੂੰ ਦੇਖਿਆ ਤੇ ਬੋਲੀ, ਭੈਣ ਮੈਂ ਤਾਂ ਬੱਚੀ ਦਾ ਬੋਲਿਆ ਸੀ, ਪੱਕੀ ਉਮਰ ਦੀ ਲੜਕੀ ਦਾ ਨਹੀਂ। ਦਰਅਸਲ ਮੇਰੇ ਬੇਟੇ ਦਾ ਤੇ ਤੁਹਾਡੀ ਬੇਟੀ ਦਾ ਕੋਈ ਜੋੜ ਨਹੀਂ ਬਣਦਾ। ਇਹ ਗੱਲ ਸੁਣਦੇ ਹੀ ਰੂਬੀ ਇੱਕਦਮ ਗੁੱਸੇ ਨਾਲ ਬੋਲਣ ਲੱਗ ਪਈ। ਸਾਡੇ ਘਰੋਂ ਮੁਫਤ ਦੀਆਂ ਚੀਜ਼ਾਂ ਖਾਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਲੜਕੇ ਵਾਲਿਆਂ ਨੇ ਤਾਂ ਇਹ ਆਪਣਾ ਵਤੀਰਾ ਹੀ ਬਣਾ ਲਿਆ ਸੀ ਕਿ ਲੜਕੀ ਦੇਖਣ ਜਾਓ, ਗਰੀਬ ਮਾਂ-ਬਾਪ 'ਤੇ ਬੋਝ ਬਣੋ ਤੇ ਉਹਨਾਂ ਦੇ ਮੂੰਹ 'ਤੇ ਉਹਨਾਂ ਦੀਆਂ ਬੇਟੀਆਂ ਦੀਆਂ ਕਮੀਆਂ ਗਿਣਵਾ ਕੇ ਬਾਹਰ ਨਿਕਲ ਜਾਓ। ਕੋਈ ਸ਼ਰਮ ਹਿਆ ਨਾਮ ਦੀ ਕੋਈ ਚੀਜ਼ ਹੈ ਵੀ ਤੁਹਾਡੇ ਵਿੱਚ? ਫਿਰ ਤਾਣੀਆਂ ਨੇ ਆਪਣੇ ਗੁੱਸੇ ਦਾ ਰੁਖ ਰਿਸ਼ਤੇ ਕਰਵਾਉਣ ਵਾਲੀ ਮਾਸੀ ਦੇ ਵੱਲ ਕੀਤਾ। ਉਹ ਬੋਲੀ, ਤੁਸੀਂ ਪਿਛਲੇ 7 ਸਾਲਾਂ ਤੋਂ ਮੇਰੇ ਲਈ ਰਿਸ਼ਤਾ ਲੱਭ ਰਹੇ ਹੋ। ਤੁਹਾਨੂੰ ਅਜੇ ਤੱਕ ਪਤਾ ਨਹੀਂ ਚੱਲਿਆ ਕਿ ਸਾਡੀ ਹੈਸੀਅਤ ਕੀ ਆ, ਮੇਰੀ ਉਮਰ ਕਿੰਨੀ ਆ? ਕੁਝ ਵੀ ਨਹੀਂ ਪਤਾ ਤੁਹਾਨੂੰ? ਮੇਰੀ ਮੰਨੋ ਤਾਂ ਤੁਸੀਂ ਦੋਨੋਂ ਦਫਾ ਹੋ ਜਾਓ, ਨਹੀਂ ਤਾਂ ਮੈਂ ਉਹ ਹਸ਼ਰ ਕਰਾਂਗੀ ਕਿ ਦੁਬਾਰਾ ਰਿਸ਼ਤਾ ਦੇਖਣ ਦੇ ਕਾਬਿਲ ਨਹੀਂ ਰਹੋਗੀਆਂ। ਉਸ ਔਰਤ ਨੇ ਕੰਨਾਂ ਨੂੰ ਹੱਥ ਲਾਏ ਤੇ ਬੋਲੀ, ਹਾਏ ਤੌਬਾ ਤੌਬਾ, ਕਿੰਨੀ ਲੰਬੀ ਜ਼ੁਬਾਨ ਹੈ ਇਸ ਲੜਕੀ ਦੀ। ਕੋਈ ਤਮੀਜ਼ ਨਾਮ ਦੀ ਚੀਜ਼ ਹੀ ਨਹੀਂ। ਕਿਹੋ ਜਿਹੇ ਬਦਤਮੀਜ਼ਾਂ ਦੇ ਘਰ ਲੈ ਆਈ ਮੈਨੂੰ। ਉਹ ਦੋਨੋਂ ਔਰਤਾਂ ਬਾਹਰ ਨਿਕਲ ਗਈਆਂ ਤੇ ਰੂਬੀ ਜ਼ਮੀਨ 'ਤੇ ਬੈਠ ਕੇ ਰੋਣ ਲੱਗੀ। ਮੈਂ ਆਪਣੀ ਬੱਚੀ ਦੀਆਂ ਪਰਵਰਿਸ਼ ਬਹੁਤ ਵਧੀਆ ਕੀਤੀ ਸੀ, ਪਰ ਕਿਸੇ ਵੀ ਬੱਚੀ ਨੇ ਅੱਜ ਤੱਕ ਕਿਸੇ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਸੀ ਕੀਤੀ। ਪਰ ਜੇਕਰ ਮੇਰੀ ਬੱਚੀ ਕੋਈ ਜਜ਼ਬਾਤ ਵਿੱਚ ਆ ਜਾਂਦੀ ਤਾਂ ਮੈਂ ਉਹਨਾਂ ਨੂੰ ਟੋਕ ਦਿੰਦੀ ਸੀ, ਪਰ ਅੱਜ ਮੈਂ ਉਹਨਾਂ ਨੂੰ ਨਹੀਂ ਟੋਕਿਆ। ਆਖਰ ਉਹ ਵੀ ਤਾਂ ਇੱਕ ਇਨਸਾਨ ਸੀ। 7 ਸਾਲਾਂ ਤੋਂ ਉਹ ਇਨਕਾਰ ਹੀ ਬਰਦਾਸ਼ਤ ਕਰਦੀ ਆ ਰਹੀ ਸੀ। ਮੈਂ ਰੂਬੀ ਦੇ ਸਿਰ 'ਤੇ ਹੱਥ ਫੇਰਿਆ ਤੇ ਕਿਹਾ, ਸਭ ਠੀਕ ਹੋ ਜਾਵੇਗਾ। ਹੁਣ ਆ ਜੋ ਸਮੋਸੇ ਤੇ ਪਕੌੜੇ ਬਚੇ ਹਨ, ਇਹ ਸਭ ਭੈਣਾਂ ਮਿਲ ਕੇ ਖਾ ਲਵੋ। ਸਾਡੇ ਘਰ ਜਦੋਂ ਵੀ ਕੋਈ ਇਨਕਾਰ ਕਰਕੇ ਜਾਂਦਾ ਤਾਂ ਸੋਗ ਦੀ ਲਹਿਰ ਛਾ ਜਾਂਦੀ। ਮੈਂ ਆਪਣੀਆਂ ਬੇਟੀਆਂ ਦੇ ਗਲੇ ਲੱਗ ਕੇ ਰੋਂਦੀ। ਮੈਂ ਉਹਨਾਂ ਨੂੰ ਕਹਿੰਦੀ, ਅਰਦਾਸ ਕਰੋ ਕਿ ਪਰਮਾਤਮਾ ਤੁਹਾਡੇ ਨਸੀਬ ਖੋਲ੍ਹ ਦੇਵੇ। ਪਰ ਅੱਜ ਮੈਂ ਬਿਲਕੁਲ ਵੀ ਨਾ ਰੋਈ। ਸ਼ਾਇਦ ਇਸ ਕਰਕੇ ਮੇਰੀਆਂ ਬੱਚੀਆਂ ਇੰਨੀ ਦੁਖੀ ਨਹੀਂ ਸੀ।
ਰੂਬੀ ਹੱਸ ਕੇ ਬੋਲੀ, ਮੈਂ ਤਾਂ 2 ਸਮੋਸੇ ਖਾਵਾਂਗੀ ਕਿਉਂਕਿ ਮੈਂ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਸੀ। ਉਹ ਲੜਕੀਆਂ ਆਪਸ ਵਿੱਚ ਮਸ਼ਰੂਫ ਹੋ ਚੁੱਕੀਆਂ ਸੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਜੇ ਲੋਕਾਂ ਨੇ ਮੇਰੀਆਂ ਬੇਟੀਆਂ ਨਾਲ ਬੁਰਾ ਕੀਤਾ ਹੈ ਤਾਂ ਮੈਂ ਵੀ ਉਹਨਾਂ ਨਾਲ ਘੱਟ ਬੁਰਾ ਨਹੀਂ ਕੀਤਾ ਸੀ। ਮੈਂ ਵੀ ਉਹਨਾਂ ਨੂੰ ਪਰੇਸ਼ਾਨ ਕੀਤਾ ਸੀ। ਅੱਜ ਜਦੋਂ ਮੈਂ ਇਹ ਮਾਮਲਾ ਰੱਬ ਉੱਤੇ ਛੱਡ ਦਿੱਤਾ ਤਾਂ ਖੁਦ ਵੀ ਸਕੂਨ ਨਾਲ ਬੈਠ ਗਈ ਤੇ ਬੱਚੀਆਂ ਵੀ ਖੁਸ਼ ਹੋ ਗਈਆਂ ਸੀ। ਹੀ ਸਾਡੇ ਦਰਵਾਜ਼ੇ ਤੇ ਦਸਤਕ ਹੋਈ ਤੇ ਮੈਂ ਜਲਦੀ ਜਾ ਕੇ ਦਰਵਾਜ਼ਾ ਖੋਲ੍ਹ ਦਿੱਤਾ। ਸਾਹਮਣੇ ਦਾ ਨਜ਼ਾਰਾ ਜਿੱਥੇ ਹੈਰਾਨ ਕਰਨ ਵਾਲਾ ਸੀ ਉੱਥੇ ਹੀ ਦਿਲਚਸਪ ਵੀ। ਸਾਡੇ ਗਰੀਬ ਖਾਨੇ ਦੇ ਸਾਹਮਣੇ 2 ਵੱਡੀਆਂ ਗੱਡੀਆਂ ਆ ਕੇ ਖੜੀਆਂ ਹੋ ਗਈਆਂ, ਜਿਨ੍ਹਾਂ ਵਿੱਚੋਂ ਸਾਹਿਬਜ਼ਾਦੇ ਵਰਗੇ ਲੜਕੇ ਉਤਰੇ। ਉਹ ਇੱਧਰ ਉੱਧਰ ਬੜੀ ਗੌਰ ਨਾਲ ਦੇਖ ਰਹੇ ਸੀ। ਐਦਾਂ ਲੱਗ ਰਿਹਾ ਸੀ ਜਿੱਦਾਂ ਉਹ ਗਲਤੀ ਨਾਲ ਇਸ ਛੋਟੀ ਜਿਹੀ ਗਲੀ ਵਿੱਚ ਆ ਗਏ ਹੋਣ। ਕਾਰ ਵਿੱਚੋਂ ਇੱਕ ਔਰਤ ਵੀ ਨਿਕਲੀ। ਉਹ ਮੇਰੇ ਵੱਲ ਵਧੀ ਤੇ ਬੋਲੀ, ਰੂਪਾ ਤੁਹਾਡਾ ਹੀ ਨਾਮ ਹੈ? ਮੈਂ ਜਲਦੀ ਨਾਲ ਇਸ ਗੱਲ 'ਤੇ ਸਿਰ ਹਿਲਾ ਦਿੱਤਾ। ਬੋਲੀ, ਜੀ ਹਾਂ, ਮੈਂ ਹੀ ਰੂਪਾ ਹਾਂ। ਉਸ ਦੇ ਚਿਹਰੇ 'ਤੇ ਮੁਸਕਰਾਹਟ ਫੈਲ ਗਈ। ਉਹ ਬੋਲੀ, ਸ਼ੁਕਰ ਹੈ ਤੁਹਾਡਾ ਘਰ ਮਿਲ ਗਿਆ। ਅਸੀਂ ਪਿਛਲੇ 1 ਘੰਟੇ ਤੋਂ ਇੱਧਰ ਉੱਧਰ ਖੱਜਲ ਖਵਾਰ ਹੋ ਰਹੇ ਹਾਂ। ਤੁਸੀਂ ਸਾਨੂੰ ਅੰਦਰ ਨਹੀਂ ਬੁਲਾਵੋਗੇ? ਮੈਂ ਇੱਕਦਮ ਘਬਰਾ ਗਈ ਤੇ ਕਿਹਾ, ਜੀ ਕਿਉਂ ਨਹੀਂ, ਆ ਜਾਓ। ਮੈਂ ਆਪਣੀਆਂ ਬੇਟੀਆਂ ਨੂੰ ਇਸ਼ਾਰਾ ਕੀਤਾ। ਉਹ ਸਾਰੀਆਂ ਇੱਕ ਲਾਈਨ ਵਿੱਚ ਲੱਗ ਗਈਆਂ। ਰੇਖਾ ਨਾਮ ਦੀ ਔਰਤ, ਉਸ ਦਾ ਪਤੀ ਤੇ ਉਸ ਦੇ 5 ਬੇਟੇ ਘਰ ਆ ਚੁੱਕੇ ਸੀ। ਰੇਖਾ ਬੋਲੀ, ਭੈਣ ਮੈਂ ਸਾਫ਼-ਸਾਫ਼ ਤੇ ਸਿੱਧੀ ਗੱਲ ਕਰਨ ਦੀ ਆਦੀ ਹਾਂ, ਇਸ ਕਰਕੇ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗੇ। ਦਰਅਸਲ ਅਸੀਂ ਦੋਨੋਂ ਪਰਿਵਾਰ ਇੱਕ ਦੂਜੇ ਤੋਂ ਨਾਵਾਕਿਫ ਹਾਂ, ਪਰ ਕਿਉਂਕਿ ਰੱਬ ਨੇ ਮੈਨੂੰ 5 ਪੁੱਤਰਾਂ ਦੀ ਰਹਿਮਤ ਦਿੱਤੀ ਤਾਂ ਮੇਰੀ ਇਹ ਕੋਸ਼ਿਸ਼ ਰਹਿੰਦੀ ਸੀ ਕਿ ਮੈਂ ਇਹਨਾਂ ਦਾ ਵਿਆਹ ਉਸ ਘਰੇ ਕਰਾਂ ਜਿੱਥੇ 5 ਬੇਟੀਆਂ ਹੋਣ। ਮੈਂ ਜਗ੍ਹਾ-ਜਗ੍ਹਾ ਕਹਿ ਰੱਖਿਆ ਸੀ। ਅੱਜ ਹੀ ਇੱਕ ਰਿਸ਼ਤੇ ਵਾਲੀ ਔਰਤ ਨੇ ਮੈਨੂੰ ਤੁਹਾਡੇ ਘਰ ਬਾਰੇ ਦੱਸਿਆ। ਤੁਹਾਡੀਆਂ ਬੇਟੀਆਂ ਮੇਰੇ ਸਾਹਮਣੇ ਖੜੀਆਂ ਹਨ। ਤੁਹਾਡੇ ਘਰ ਤੋਂ ਤੁਹਾਡੀ ਮਾਲੀ ਹਾਲਤ ਸਾਫ਼ ਦਿਖ ਰਹੀ ਆ। ਮੈਂ ਬਸ ਇੰਨਾ ਕਹਿਣਾ ਚਾਹਾਂਗੀ ਕਿ ਸਾਨੂੰ ਤੁਹਾਡੀਆਂ ਬੇਟੀਆਂ ਬਹੁਤ ਪਸੰਦ ਆਈਆਂ ਹਨ। ਫਿਰ ਉਸ ਔਰਤ ਨੇ ਆਪਣੇ ਬੇਟਿਆਂ ਵੱਲ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਮੁਸਕਰਾ ਕੇ ਆਪਣੀ ਮਾਂ ਦਾ ਹੁਕਮ ਮੰਨਣ ਦੀ ਹਾਮੀ ਭਰ ਦਿੱਤੀ। ਰੇਖਾ ਬੋਲੀ, ਦਾਜ ਸਾਨੂੰ ਚਾਹੀਦਾ ਨਹੀਂ ਕਿਉਂਕਿ ਰੱਬ ਦਾ ਦਿੱਤਾ ਸਭ ਕੁਝ ਹੈ। ਸਾਡੇ ਕੋਲ ਤੁਸੀਂ ਬਸ ਆਪਣੀਆਂ 5 ਬੇਟੀਆਂ ਦਾ ਰਿਸ਼ਤਾ ਦੇ ਦਿਓ। ਮੈਂ ਹੱਕੀ ਬੱਕੀ ਰਹਿ ਗਈ। ਐਦਾਂ ਲੱਗ ਰਿਹਾ ਸੀ ਜਿਵੇਂ ਮੈਂ ਕੋਈ ਸੁਪਨਾ ਦੇਖ ਰਹੀ ਹੋਵਾਂ। ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ। ਮੈਂ ਕਿਹਾ, ਭੈਣੇ ਕਿੱਦਾਂ ਤੁਹਾਡਾ ਤੇ ਸਾਡਾ ਕੀ ਜੋੜਾ? ਤਾਂ ਮਲ ਕੱਪੜੇ ਵਿੱਚ ਟਾਟ ਦਾ ਟੁਕੜਾ ਜੋੜਨ ਵਾਲੀ ਗੱਲ ਹੋ ਗਈ। ਉਹ ਔਰਤ ਨਾਰਾਜ਼ ਹੋ ਗਈ ਤੇ ਬੋਲੀ, ਰੂਪਾ ਮੈਨੂੰ ਤੁਹਾਡੀ ਇਹ ਗੱਲ ਬਿਲਕੁਲ ਪਸੰਦ ਨਹੀਂ ਲੱਗੀ। ਤੁਸੀਂ ਆਪਣੀਆਂ ਬੇਟੀਆਂ ਬਾਰੇ ਐਦਾਂ ਦੇ ਸ਼ਬਦ ਇਸਤੇਮਾਲ ਨਾ ਕਰੋ। ਤੁਸੀਂ ਬਸ ਇਹ ਲੜਕੀਆਂ ਮੈਨੂੰ ਦੇ ਦਿਓ ਤਾਂ ਕਿ ਮੈਂ ਇਹਨਾਂ ਦੀ ਮਾਂ ਬਣ ਜਾਵਾਂ। ਮੈਨੂੰ ਸ਼ੁਰੂ ਤੋਂ ਹੀ ਬੇਟੀਆਂ ਦਾ ਬਹੁਤ ਸ਼ੌਕ ਸੀ। ਬਸ ਇੱਕ ਬੇਟੀ ਦੀ ਚਾਹਤ ਵਿੱਚ ਬੇਟਿਆਂ ਦੀ ਲਾਈਨ ਲਾਉਂਦੀ ਗਈ। ਮੈਂ ਮੁਸਕਰਾ ਕੇ ਬੋਲੀ, ਭੈਣੇ ਸਾਨੂੰ ਕੁਝ ਸੋਚਣ ਦਾ ਸਮਾਂ ਦਿਓ। ਉਹ ਮੁਸਕਰਾ ਕੇ ਬੋਲੀ, ਜ਼ਰੂਰ, ਪਰ ਸਾਨੂੰ ਹਾਂ ਵਿੱਚ ਹੀ ਜਵਾਬ ਮਿਲਣਾ ਚਾਹੀਦਾ ਹੈ। ਉਹ ਸਭ ਉੱਠ ਕੇ ਚਲੇ ਗਏ ਜਦ ਕਿ ਮੈਂ ਹੈਰਾਨ ਖੜੀ ਦੀ ਖੜੀ ਰਹੀ ਤੇ ਮੇਰੀਆਂ ਬੱਚੀਆਂ ਮੇਰੇ ਨਾਲੋਂ ਵੀ ਜ਼ਿਆਦਾ ਹੈਰਾਨ ਸੀ। ਮੇਰੀ ਛੋਟੀ ਬੱਚੀ ਮੁਸਕਰਾ ਕੇ ਬੋਲੀ, ਮਾਂ ਹਾਂ ਕਹਿ ਦੇਣੀ ਸੀ। ਕਿੰਨੇ ਪਿਆਰੇ ਤਾਂ ਸੀ ਉਸ ਔਰਤ ਦੇ ਬੇਟੇ। ਮੈਂ ਜ਼ਰਾ ਗੁੱਸੇ ਵੀ ਨਾਲ ਆਪਣੀ ਬੇਟੀ ਨੂੰ ਕਿਹਾ, ਸ਼ਰਮ ਨਹੀਂ ਆਉਂਦੀ ਆਪਣੀ ਮਾਂ ਦੇ ਸਾਹਮਣੇ ਐਦਾਂ ਦੀਆਂ ਗੱਲਾਂ ਕਰਦੇ ਹੋਏ? ਮੈਂ ਬਹੁਤ ਹੈਰਾਨ ਸੀ ਕਿ ਇਹ ਆਖਿਰ ਉਹ ਔਰਤ ਮੇਰੀਆਂ ਬੇਟੀਆਂ ਦੇ ਲਈ ਮੰਨ ਕਿੱਦਾਂ ਗਈ। ਉਹ ਕੋਈ ਗਰੀਬ ਜਿਹੀ ਔਰਤ ਵੀ ਨਹੀਂ ਸੀ। ਖੈਰ, ਮੈਂ ਅਤੇ ਲੜਕੀਆਂ ਨੇ ਇਹੀ ਤੈਅ ਕੀਤਾ ਕਿ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਜਾਵੇ ਕਿਉਂਕਿ ਮੇਰੀ ਵੱਡੀ ਬੇਟੀ ਨੇ ਜੋ ਕੁਝ ਸਿਹਾ ਸੀ ਮੈਂ ਨਹੀਂ ਚਾਹੁੰਦੀ ਸੀ ਮੇਰੀਆਂ ਬਾਕੀ ਦੀਆਂ ਬੇਟੀਆਂ ਵੀ ਇਹ ਸਭ ਦੇਖਣ। ਅਗਲੀ ਸਵੇਰ ਮੇਰੇ ਦਿਲ 'ਤੇ ਕਿਆਮਤ ਉਦੋਂ ਟੁੱਟੀ ਜਦੋਂ ਮੈਨੂੰ ਖਿਆਲ ਆਇਆ ਕਿ ਉਹ ਔਰਤ ਤਾਂ ਮੈਨੂੰ ਕਿਸੇ ਤਰ੍ਹਾਂ ਦਾ ਰਾਬਤਾ ਨੰਬਰ ਵੀ ਨਹੀਂ ਦੇ ਕੇ ਗਈ ਸੀ। ਕਿਤੇ ਐਦਾਂ ਤਾਂ ਨਹੀਂ ਕਿ ਉਹ ਸਾਡੇ ਨਾਲ ਕੋਈ ਮਜ਼ਾਕ ਕਰਕੇ ਗਈ ਹੋਵੇ। ਮੈਂ ਐਸੇ ਸੋਚ ਵਿੱਚ ਪਈ ਸੀ ਕਿ ਸਾਡੇ ਘਰ ਦੇ ਦਰਵਾਜ਼ੇ 'ਤੇ ਦਸਤਕ ਹੋਈ। ਮੈਂ ਭੱਜ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰੇਖਾ ਖੜੀ ਸੀ।
ਉਹ ਬੋਲੀ, ਭੈਣ ਮੈਂ ਜਵਾਬ ਲੈਣ ਆਈ ਹਾਂ। ਮੈਂ ਮੁਸਕਰਾ ਕੇ ਕਿਹਾ, ਅੱਜ ਤੋਂ ਮੇਰੀਆਂ 5 ਬੇਟੀਆਂ ਤੁਹਾਡੀਆਂ। ਰੇਖਾ ਬਹੁਤ ਖੁਸ਼ ਹੋਈ। ਉਹ ਬੋਲੀ, ਸਾਨੂੰ ਸਾਰਿਆਂ ਨੂੰ ਵੀ ਇਹ ਰਿਸ਼ਤਾ ਦਿਲ ਜਾਨ ਤੋਂ ਕਬੂਲ ਹੈ, ਪਰ ਸਾਡੀ ਇੱਕ ਛੋਟੀ ਜਿਹੀ ਸ਼ਰਤ ਆ। ਸ਼ਰਤ ਦਾ ਨਾਮ ਸੁਣ ਕੇ ਮੈਂ ਅੰਦਰੋਂ ਹਿੱਲ ਗਈ ਕਿ ਨਾ ਜਾਣੇ ਔਰਤ ਕੀ ਸ਼ਰਤ ਰੱਖੇਗੀ ਤੇ ਸਾਡੇ ਸਾਰੇ ਸੁਪਨੇ ਚਕਨਾਚੂਰ ਹੋ ਕੇ ਰਹਿ ਜਾਂਦੇ। ਮੈਂ ਕਿਹਾ, ਜੀ ਦੱਸੋ ਕੀ ਸ਼ਰਤ ਆ? ਰੇਖਾ ਬੋਲੀ, ਤੁਸੀਂ ਕਦੇ ਵੀ ਆਪਣੀਆਂ ਬੇਟੀਆਂ ਨੂੰ ਮਿਲਣ ਬਿਨਾਂ ਦੱਸੇ ਨਹੀਂ ਆਓਗੇ, ਹਮੇਸ਼ਾ ਫੋਨ ਕਰਕੇ ਸਾਨੂੰ ਦੱਸ ਕੇ ਆਓਗੇ। ਮੈਂ ਹੱਸ ਪਈ ਤੇ ਕਿਹਾ, ਬਸ ਇੰਨੀ ਕੁ ਗੱਲ? ਤੁਸੀਂ ਤਾਂ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ। ਮੈਂ ਸੋਚਿਆ ਨਾ ਜਾਣੇ ਤੁਸੀਂ ਕਿਹੜੀ ਸ਼ਰਤ ਰੱਖਣ ਵਾਲੇ ਹੋ। ਉਹ ਔਰਤ ਹੱਸਣ ਲੱਗੀ ਤੇ ਖੁਸ਼ੀ-ਖੁਸ਼ੀ ਵਿਆਹ ਦੀ ਤਾਰੀਖ ਦੇਖ ਕੇ ਆਪਣੇ ਘਰ ਚਲੀ ਗਈ। ਉਸ ਨੇ ਸੋਮਵਾਰ ਦੀ ਤਰੀਕ ਦਿੱਤੀ ਤੇ ਸਾਡੇ ਕੋਲੋਂ ਇਹ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਮੈਂ ਤਾਂ ਇਸ ਗੱਲ ਤੋਂ ਉਦਾਸ ਸੀ ਕਿ ਥੋੜ੍ਹੇ ਦਿਨਾਂ 'ਚ ਮੇਰਾ ਭਰਿਆ ਭਰਾਇਆ ਘਰ ਖਾਲੀ ਹੋ ਜਾਵੇਗਾ। ਦੇਖਦੇ-ਦੇਖਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਸੀ। ਰੱਖੀ ਤਰੀਕ 'ਤੇ ਮੇਰੀਆਂ ਬੇਟੀਆਂ ਦੇ ਵਿਆਹ ਹੋ ਚੁੱਕੇ ਸੀ। ਉਹ ਵਿਦਾ ਹੋ ਕੇ ਆਪਣੇ ਘਰ ਚਲੀਆਂ ਗਈਆਂ। ਮੈਂ ਆਪਣੇ ਪਰਮਾਤਮਾ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਰੇਖਾ ਨੇ ਕਿਹਾ, ਤੁਸੀਂ ਬੇਫਿਕਰ ਰਹੋ, ਇਹ ਹੁਣ ਸਾਡੀਆਂ ਹੋ ਗਈਆਂ। ਮੈਂ ਵਿਆਹ ਦੇ ਅਗਲੇ ਦਿਨ ਆਪਣੀਆਂ ਬੇਟੀਆਂ ਨੂੰ ਮਿਲਣ ਜਾਣਾ ਚਾਹੁੰਦੀ ਸੀ। ਇਸ ਕਰਕੇ ਮੈਂ ਰੇਖਾ ਦੇ ਫੋਨ 'ਤੇ ਕਈ ਵਾਰ ਫੋਨ ਕੀਤਾ, ਪਰ ਹਰ ਵਾਰ ਨੰਬਰ ਬੰਦ ਆ ਰਿਹਾ ਸੀ, ਕਿਉਂਕਿ ਸਾਡੇ ਇੱਧਰ ਰਿਵਾਜ ਸੀ ਕਿ ਵਿਆਹ ਤੋਂ ਬਾਅਦ ਅਗਲੇ ਦਿਨ ਲੜਕੇ ਵਾਲੇ ਫੇਰਾ ਪਾਉਣ ਆਉਂਦੇ ਹਨ, ਪਰ ਉਹਨਾਂ ਨੇ ਪਹਿਲਾਂ ਹੀ ਮਨਾ ਕਰ ਦਿੱਤਾ। ਇਸ ਕਰਕੇ ਮੈਂ ਸੋਚਿਆ ਮੈਂ ਹੀ ਜਾ ਕੇ ਆਪਣੀਆਂ ਬੇਟੀਆਂ ਨੂੰ ਮਿਲ ਆਉਂਦੀ ਹਾਂ। ਫੋਨ ਨਹੀਂ ਮਿਲਿਆ ਤਾਂ ਮੈਂ ਰਿਕਸ਼ੇ ਵਿੱਚ ਬੈਠ ਕੇ ਰੇਖਾ ਦੇ ਆਲੀਸ਼ਾਨ ਘਰ ਵਿੱਚ ਪਹੁੰਚ ਗਈ। ਮੈਂ ਚੌਕੀਦਾਰ ਨੂੰ ਕਿਹਾ, ਮੈਂ ਆਪਣੀਆਂ ਬੇਟੀਆਂ ਨੂੰ ਮਿਲਣ ਆਈ ਹਾਂ। ਚੌਕੀਦਾਰ ਘਰ ਦੇ ਅੰਦਰ ਇਜਾਜ਼ਤ ਲੈਣ ਚਲਿਆ ਗਿਆ, ਪਰ ਵਾਪਸ ਆ ਕੇ ਬੋਲਿਆ ਕਿ ਰੇਖਾ ਮੇਮ ਸਾਹਿਬ ਨੇ ਇਜਾਜ਼ਤ ਨਹੀਂ ਦਿੱਤੀ। ਉਹ ਕਹਿ ਰਹੀ ਹੈ ਕਿ ਵਿਆਹ ਤੋਂ ਪਹਿਲਾਂ ਅਸੀਂ ਸਿਰਫ ਇੱਕ ਹੀ ਸ਼ਰਤ ਰੱਖੀ ਸੀ, ਤੁਸੀਂ ਤਾਂ ਉਹ ਵੀ ਨਹੀਂ ਨਿਭਾਈ। ਤੁਸੀਂ ਘਰ ਜਾ ਕੇ ਫੋਨ 'ਤੇ ਮੇਰੇ ਕੋਲੋਂ ਇਜਾਜ਼ਤ ਲਵੋ, ਤਾਂ ਹੀ ਮੈਂ ਤੁਹਾਡੀਆਂ ਬੇਟੀਆਂ ਦੇ ਨਾਲ ਮਿਲਣ ਦੇਵਾਂਗੀ। ਚੌਕੀਦਾਰ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਬੁੱਝ ਗਿਆ। ਇਹ ਸਭ ਤਾਂ ਮੈਂ ਕਿਤੇ ਨਹੀਂ ਦੇਖਿਆ ਸੀ। ਮੇਰੇ ਦਿਲ ਵਿੱਚ ਖਿਆਲ ਆਇਆ ਕਿ ਰੇਖਾ ਨੇ ਇਹ ਸਲੂਕ ਸਿਰਫ ਮੇਰੇ ਨਾਲ ਇਸ ਕਰਕੇ ਕੀਤਾ ਹੈ ਕਿਉਂਕਿ ਅਸੀਂ ਗਰੀਬ ਲੋਕ ਹਾਂ। ਖੈਰ, ਮੈਂ ਆਪਣੇ ਹੰਝੂ ਸਾਫ਼ ਕੀਤੇ। ਉਹਨਾਂ ਦੇ ਘਰ ਤੋਂ ਦੂਰ ਜਾ ਕੇ ਦੁਬਾਰਾ ਰੇਖਾ ਨੂੰ ਫੋਨ ਲਾਇਆ। ਇਸ ਵਾਰ ਉਸ ਨਾਲ ਗੱਲ ਹੋ ਗਈ। ਮੈਂ ਉਹਦੇ ਕੋਲੋਂ ਮਿਲਣ ਦੀ ਇਜਾਜ਼ਤ ਲਈ ਤਾਂ ਉਹ ਸ਼ਰਮਿੰਦਾ ਜੀ ਹੋ ਗਈ। ਰੇਖਾ ਦਾ ਘਰ ਦੇਖ ਕੇ ਤਾਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਆਪਣੀਆਂ ਬੇਟੀਆਂ ਨੂੰ ਦੇਖ ਕੇ ਹੋਈ। ਐਦਾਂ ਲੱਗ ਰਿਹਾ ਸੀ ਜਿੱਦਾਂ ਉਹੀ ਇਸ ਮਹਿਲ ਵਰਗੇ ਘਰ ਦੀਆਂ ਮਾਲਕਿਨ ਹੋਣ। ਉਹ ਸੋਨੇ ਤੇ ਗਹਿਣਿਆਂ ਨਾਲ ਲੱਦੀਆਂ ਪਈਆਂ ਸੀ, ਮਹਿੰਗੇ ਕੱਪੜੇ ਪਾਏ ਹੋਏ ਸੀ। ਉਹ ਮੁਸਕਰਾ ਕੇ ਗੱਲਾਂ ਕਰ ਰਹੀਆਂ ਸੀ। ਮੇਰੀਆਂ ਅੱਖਾਂ ਨੂੰ ਸਕੂਨ ਮਿਲ ਗਿਆ। ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਉਹ ਹੁਣ ਇਸ ਘਰ ਵਿੱਚ ਆਪਣਾ ਦਿਲ ਲਗਾਉਣ। ਰੇਖਾ ਨੇ ਮੇਰਾ ਹੱਥ ਫੜ ਕੇ ਮੈਨੂੰ ਤਸੱਲੀ ਦਿੱਤੀ ਕਿ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ, ਮੈਂ ਤੁਹਾਡੀਆਂ ਬੇਟੀਆਂ ਦਾ ਬਹੁਤ ਧਿਆਨ ਰੱਖਾਂਗੀ। ਮੈਂ ਖੁਸ਼ੀ-ਖੁਸ਼ੀ ਘਰ ਵਾਪਸ ਆਉਣ ਲੱਗੀ ਤਾਂ ਸਭ ਤੋਂ ਛੋਟੀ ਮੇਰੇ ਗਲੇ ਲੱਗ ਕੇ ਰੋਣ ਲੱਗ ਪਈ। ਉਹ ਬੋਲੀ, ਮਾਂ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ, ਮੈਂ ਤੁਹਾਡੇ ਨਾਲ ਜਾਣਾ ਹੈ। ਮੈਂ ਹੱਸ ਕੇ ਕਿਹਾ, ਬੇਟੀ ਤੂੰ ਆਪਣੇ ਪਤੀ ਦੇ ਨਾਲ ਜਾਣਾ। ਮੈਂ ਉਸ ਨੂੰ ਖੁਦ 'ਤੇ ਪਾਸੇ ਕਰਨ ਲੱਗੀ ਤਾਂ ਮੇਰੀ ਨਿਗਾਹ ਮੇਰੀ ਬੇਟੀ ਦੇ ਸੜੇ ਹੋਏ ਹੱਥ 'ਤੇ ਪਈ। ਮੇਰੇ ਤਾਂ ਸਰੀਰ ਵਿੱਚੋਂ ਜਾਨ ਨਿਕਲ ਗਈ। ਇਹ ਸਭ ਕੀ ਆ? ਰੂਬੀ ਜਲਦੀ ਨਾਲ ਅੱਗੇ ਵੱਧ ਕੇ ਬੋਲੀ, ਤੁਸੀਂ ਬਿਲਕੁਲ ਫਿਕਰ ਨਾ ਕਰੋ, ਮੈਂ ਇੱਥੇ ਮੌਜੂਦ ਹਾਂ। ਪਰ ਮੈਂ ਕਿੱਦਾਂ ਇਹ ਸਭ ਬਰਦਾਸ਼ਤ ਕਰ ਸਕਦੀ ਸੀ? ਮੈਂ ਆਪਣੀ ਛੋਟੀ ਬੇਟੀ ਨੂੰ ਕਿਹਾ, ਬੇਟੀ ਮੈਨੂੰ ਦੱਸ ਕੀ ਹੋਇਆ? ਮੇਰੀ ਬੇਟੀ ਹੱਸ ਕੇ ਬੋਲੀ, ਮਾਂ ਤੁਸੀਂ ਫਿਕਰ ਕਿਉਂ ਕਰਦੇ ਹੋ? ਮੈਂ ਆਪਣੇ ਪਤੀ ਲਈ ਖਾਣਾ ਗਰਮ ਕਰਨ ਲੱਗੀ ਸੀ ਤਾਂ ਇਹ ਗੈਸ ਇਸਤੇਮਾਲ ਕਰਨਾ ਹੀ ਨਾ ਆਇਆ, ਇਸ ਕਰਕੇ ਬਸ ਪਰੇਸ਼ਾਨ ਹੋ ਗਈ ਸੀ। ਉਦੋਂ ਕਮਰੇ ਵਿੱਚੋਂ ਮੇਰੀ ਛੋਟੀ ਬੇਟੀ ਦਾ ਪਤੀ ਬਾਹਰ ਆਇਆ। ਮੈਂ ਉਸ ਨੂੰ ਕਿਹਾ, ਬੇਟਾ ਇਹ ਮੇਰੀ ਬੇਟੀ ਬਹੁਤ ਲਾਡਲੀ ਔਲਾਦ ਆ, ਇਸ ਦਾ ਖਿਆਲ ਰੱਖਣਾ। ਉਹ ਕਹਿਣ ਲੱਗਿਆ, ਮੰਮੀ ਜੀ ਤੁਸੀਂ ਬੇਫਿਕਰ ਰਹੋ। ਮੈਂ ਆਪਣੇ ਘਰ ਵਾਪਸ ਆ ਗਈ, ਪਰ ਦਿਲ ਉੱਥੇ ਹੀ ਉਲਝ ਕੇ ਰਹਿ ਗਿਆ ਸੀ। ਮੈਂ ਬੜੀ ਗਰੀਬੀ ਵਿੱਚ ਆਪਣੀਆਂ ਬੇਟੀਆਂ ਪਾਲੀਆਂ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੇ ਨਾਲ ਕਿਸੇ ਵੀ ਕਿਸਮ ਦੀ ਕੋਈ ਗੱਲ ਹੋਵੇ।
ਆਂਢ ਗੁਆਂਢ ਦੀਆਂ ਸਾਰੀਆਂ ਔਰਤਾਂ ਮੈਨੂੰ ਮੁਬਾਰਕਬਾਦ ਦੇਣ ਆਉਂਦੀਆਂ, ਪਰ ਮੈਨੂੰ ਖੁਸ਼ੀ ਨਾ ਹੁੰਦੀ। ਮੈਂ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਮੇਰੀਆਂ ਬੇਟੀਆਂ ਇੰਨੇ ਵੱਡੇ ਘਰ ਵਿੱਚ ਵਿਆਹੀਆਂ ਗਈਆਂ ਸੀ, ਪਰ ਕਿਸੇ ਦੇ ਕੋਲ ਵੀ ਆਪਣਾ ਅਲੱਗ ਮੋਬਾਈਲ ਨਹੀਂ ਸੀ। ਵਿਆਹ ਦੇ 2 ਹਫ਼ਤਿਆਂ ਬਾਅਦ ਰੇਖਾ ਨੂੰ ਆਪਣੇ ਘਰ ਦਾਵਤ ਦਿੱਤੀ। ਮੈਂ ਚਾਹੁੰਦੀ ਸੀ ਇੱਕ ਵਾਰ ਮੇਰੇ ਪੰਜੇ ਜਵਾਈ ਮੇਰੇ ਘਰ ਆਉਣ, ਪਰ ਰੇਖਾ ਨੇ ਕਹਿ ਕੇ ਟਾਲ ਦਿੱਤਾ ਕਿ ਉਹ ਸਭ ਤਾਂ ਬਾਹਰ ਘੁੰਮਣ ਗਏ ਹੋਏ ਨੇ। ਮੈਨੂੰ ਗੱਲ ਬਹੁਤ ਅਜੀਬ ਲੱਗੀ। ਦਿਲ ਵੀ ਬਹੁਤ ਦੁਖੀ ਹੋਇਆ ਕਿ ਬਾਹਰ ਘੁੰਮਣ ਜਾਣ ਤੋਂ ਪਹਿਲਾਂ ਮੇਰੀਆਂ ਬੇਟੀਆਂ ਨੇ ਮੇਰੇ ਨਾਲ ਗੱਲ ਤੱਕ ਵੀ ਕਰਨੀ ਜ਼ਰੂਰੀ ਨਾ ਸਮਝੀ। ਚਲੋ ਬਾਕੀਆਂ ਦੀ ਤਾਂ ਖੈਰ, ਮੇਰੀ ਛੋਟੀ ਬੇਟੀ ਮੇਰੇ ਨਾਲ ਗੱਲ ਕੀਤੇ ਬਿਨਾਂ ਕਿੱਦਾਂ ਰਹਿ ਸਕਦੀ ਸੀ। ਮੇਰੇ ਦਿਲ ਵਿੱਚ ਖਿਆਲ ਆਇਆ ਕਿ ਸ਼ਾਇਦ ਮੇਰੀਆਂ ਬੇਟੀਆਂ ਆਪਣੇ ਸਹੁਰੇ ਰਹਿ ਕੇ ਮੇਰੇ ਵਰਗੀ ਗਰੀਬ ਨਾਲੋਂ ਗੱਲ ਕਰਨ ਵਿੱਚ ਝਿਜਕਦੀਆਂ ਹੋਣਗੀਆਂ। ਖੈਰ, ਮੈਂ ਵਕਤ ਬੇਵਕਤ ਫ਼ੋਨ ਕਰਕੇ ਰੇਖਾ ਨਾਲ ਗੱਲ ਕਰਦੀ ਰਹਿੰਦੀ। ਉਹ ਕਹਿੰਦੀ ਹੁੰਦੀ, ਭੈਣ ਫਿਕਰ ਨਾ ਕਰ, ਤੇਰੀਆਂ ਬੇਟੀਆਂ ਆਪਣੇ ਆਪਣੇ ਪਤੀਆਂ ਨਾਲ ਬਹੁਤ ਖੁਸ਼ ਹਨ। ਉਹ ਅਜੇ ਤੱਕ ਵਾਪਸ ਨਹੀਂ ਆਈਆਂ। ਐਦਾਂ ਹੀ ਕਰਦੇ ਕਰਾਉਂਦੇ 2 ਮਹੀਨੇ ਦਾ ਸਮਾਂ ਬੀਤ ਗਿਆ। ਹੁਣ ਮੇਰੇ ਦਿਲ ਦਿਮਾਗ ਵਿੱਚ ਘੰਟੀਆਂ ਵੱਜਣ ਲੱਗੀਆਂ ਸੀ ਤੇ ਮੈਂ ਸੋਚਿਆ ਹੁਣ ਬਹੁਤ ਹੋ ਗਿਆ। ਮੈਂ ਹਰ ਹਾਲ ਵਿੱਚ ਆਪਣੀਆਂ ਬੇਟੀਆਂ ਨੂੰ ਮਿਲ ਕੇ ਰਹਾਂਗੀ। ਇਸ ਕਰਕੇ ਮੈਂ ਬਿਨਾਂ ਦੱਸੇ ਰੇਖਾ ਦੇ ਘਰ ਚਲੀ ਗਈ। ਚੌਕੀਦਾਰ ਨੇ ਮੈਨੂੰ ਦੇਖਿਆ ਤਾਂ ਬੋਲਿਆ, ਮੈਂ ਘਰੋਂ ਇਜਾਜ਼ਤ ਲੈ ਕੇ ਤੁਹਾਨੂੰ ਦੱਸਦਾ ਹਾਂ। ਮੈਂ ਇੱਕਦਮ ਨਾਲ ਹੀ ਚੌਕੀਦਾਰ ਦੇ ਕਦਮਾਂ ਵਿੱਚ ਡਿੱਗ ਗਈ ਤੇ ਰੋਂਦੀ ਬੋਲੀ, ਮੈਨੂੰ ਰੱਬ ਦਾ ਵਾਸਤਾ, ਮੈਨੂੰ ਅੱਜ ਨਾ ਰੋਕ। ਜੇ ਅੱਜ ਮੈਂ ਆਪਣੀਆਂ ਬੱਚੀਆਂ ਨੂੰ ਨਾ ਮਿਲੀ ਤਾਂ ਮੈਂ ਮਰ ਜਾਵਾਂਗੀ। ਉਹ ਚੌਕੀਦਾਰ ਬਹੁਤ ਪਰੇਸ਼ਾਨ ਹੋ ਗਿਆ ਤੇ ਬੋਲਿਆ, ਭੈਣੇ, ਜੇ ਮੈਂ ਤੈਨੂੰ ਅੰਦਰ ਭੇਜ ਦਿੱਤਾ ਤਾਂ ਮੇਰੀ ਨੌਕਰੀ ਚਲੀ ਜਾਊਗੀ। ਜੇ ਤੁਸੀਂ ਰੱਬ ਦਾ ਵਾਸਤਾ ਦੇ ਦਿੱਤਾ ਤਾਂ ਮੈਂ ਰੱਬ ਦੇ ਨਾਮ ਤੇ ਆਪਣੀ ਨੌਕਰੀ ਕੁਰਬਾਨ ਕਰਦਾ ਹਾਂ। ਜਾਓ, ਜਾ ਕੇ ਮਿਲ ਆਓ ਆਪਣੀਆਂ ਬੇਟੀਆਂ ਨੂੰ। ਮੈਂ ਜਲਦੀ ਨਾਲ ਘਰ ਦੇ ਵੱਲ ਭੱਜੀ ਗਈ ਤੇ ਅੰਦਰ ਦਾਖਲ ਹੋਈ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਮੇਰੀ ਰੂਹ ਕੰਬ ਗਈ। ਮੇਰੀਆਂ ਬੇਟੀਆਂ ਨੌਕਰਾਣੀਆਂ ਵਾਂਗ ਕੰਮ ਕਰ ਰਹੀਆਂ ਸੀ। ਉਹਨਾਂ ਦੇ ਪੁਰਾਣੇ ਜਿਹੇ ਕੱਪੜੇ ਪਾਏ ਹੋਏ ਸੀ। ਇੱਕ ਦੇ ਹੱਥ ਵਿੱਚ ਝਾੜੂ ਸੀ, ਦੂਜੀ ਰਸੋਈ ਵਿੱਚ ਲੱਗੀ ਹੋਈ ਸੀ। ਮੇਰੀ ਛੋਟੀ ਬੇਟੀ ਆਪਣੇ ਪਤੀ ਨਾਲ ਸੋਫੇ 'ਤੇ ਬੈਠੀ ਸੀ, ਪਰ ਉਹ ਵੀ ਬਹੁਤ ਘਬਰਾਈ ਹੋਈ ਸੀ। ਵਾਰ-ਵਾਰ ਆਪਣੀ ਸੱਸ ਵੱਲ ਦੇਖ ਰਹੀ ਸੀ। ਮੈਂ ਇੱਕਦਮ ਨਾਲ ਗੱਜ ਕੇ ਬੋਲੀ, ਇਹ ਸਭ ਕੀ ਹੋ ਰਿਹਾ ਹੈ? ਇੱਥੇ ਸਾਰੇ ਮੇਰੇ ਵੱਲ ਦੇਖਣ ਲੱਗ ਪਏ। ਮੇਰੀ ਛੋਟੀ ਬੇਟੀ ਭੱਜ ਕੇ ਮੇਰੇ ਵੱਲ ਆਈ, ਮੈਨੂੰ ਲਿਪਟ ਕੇ ਰੋਣ ਲੱਗ ਪਈ। ਮੇਰੀਆਂ ਬਾਕੀ ਬੱਚੀਆਂ ਵੀ ਮੇਰੇ ਨਾਲ ਆ ਕੇ ਮੈਂ ਗੁੱਸੇ ਵਿੱਚ ਲਲਕਾਰ ਕੇ ਬੋਲੀ, ਰੇਖਾ, ਤੈਨੂੰ ਸ਼ਰਮ ਨਹੀਂ ਆਈ? ਤੂੰ ਮੇਰੇ ਕੋਲੋਂ ਮੇਰੀਆਂ ਬੇਟੀਆਂ ਦੂਰ ਕਰ ਦਿੱਤੀਆਂ, ਆਪਣੇ ਘਰ ਲਿਆ ਕੇ ਇਹਨਾਂ ਨੂੰ ਨੌਕਰਾਣੀਆਂ ਬਣਾ ਦਿੱਤਾ। ਕਿਸ ਚੀਜ਼ ਦੀ ਕਮੀ ਸੀ ਤੇਰੇ ਕੋਲ? ਕੀ ਹੁੰਦਾ ਜੇ ਤੂੰ ਤਨਖਾਹ 'ਤੇ ਕਿਸੇ ਨੂੰ ਕੰਮ 'ਤੇ ਰੱਖ ਲੈਂਦੀ? ਪਰ ਹੁਣ ਬਸ ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੀ। ਮੈਂ ਲੈ ਕੇ ਜਾ ਰਹੀ ਹਾਂ ਆਪਣੀਆਂ ਬੇਟੀਆਂ ਨੂੰ ਇੱਥੋਂ। ਇੱਕ ਗੱਲ ਯਾਦ ਰੱਖਣਾ, ਮੈਂ ਇਹਨਾਂ ਦਾ ਤਲਾਕ ਲੈ ਕੇ ਰਹਾਂਗੀ। ਰੇਖਾ ਇੱਕਦਮ ਨਾਲ ਪਰੇਸ਼ਾਨ ਹੋ ਗਈ। ਉਸਨੇ ਮੇਰੇ ਅੱਗੇ ਹੱਥ ਜੋੜ ਦਿੱਤੇ। ਬੋਲੀ, ਰੂਪਾ, ਇੰਨਾ ਵੱਡਾ ਫੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਮੇਰੀ ਗੱਲ ਸੁਣ ਲਾ। ਜਿਸ ਤਰ੍ਹਾਂ ਤੂੰ ਆਪਣੀ ਮਮਤਾ ਦੇ ਹੱਥੋਂ ਮਜਬੂਰ ਹੋ ਕੇ ਮਜਬੂਰ ਸੀ, ਇਹ ਸਭ ਮੈਂ ਵੀ ਮਜਬੂਰੀ ਦੇ ਤਹਿਤ ਕੀਤਾ ਸੀ। ਦਰਅਸਲ ਗੱਲ ਇਹ ਹੈ ਕਿ ਜਦੋਂ ਮੈਂ 5 ਬੇਟਿਆਂ ਨੂੰ ਜਨਮ ਦਿੱਤਾ ਤਾਂ ਸਾਰਿਆਂ ਦੀਆਂ ਨਜ਼ਰਾਂ ਮੈਨੂੰ ਲੱਗ ਗਈਆਂ ਸੀ। ਉਦੋਂ ਮੈਂ ਬੁਰੀ ਨਜ਼ਰ ਦਾ ਸ਼ਿਕਾਰ ਹੋਈ ਸੀ, ਪਰ ਇੱਕ ਔਰਤ ਨੇ ਮੇਰੇ ਤੇ ਮੇਰੇ ਬੇਟਿਆਂ ਉੱਪਰ ਕਾਲਾ ਜਾਦੂ ਕਰਵਾ ਦਿੱਤਾ ਸੀ। ਉਸ ਦਿਨ ਤੋਂ ਬਾਅਦ ਮੇਰੇ ਬੱਚਿਆਂ ਨੇ ਬਹੁਤ ਤਕਲੀਫਾਂ ਬਰਦਾਸ਼ਤ ਕੀਤੀਆਂ ਸੀ। ਇਹ ਸਭ ਹਰ ਵੇਲੇ ਬਿਮਾਰ ਰਹਿੰਦੇ। ਮੈਂ ਇੱਕ ਪੀਰ ਬਾਬੇ ਕੋਲ ਤੋੜ ਦੇ ਲਈ ਗਈ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਜੇ ਆਪਣੇ 5 ਬੇਟਿਆਂ ਦਾ ਵਿਆਹ ਸੋਮਵਾਰ ਦੇ ਦਿਨ ਐਦਾਂ ਦੇ ਘਰ ਕਰਾਂ ਜਿੱਥੇ 5 ਲੜਕੀਆਂ ਹੋਣ, ਬੇਟਿਆਂ 'ਤੇ ਕੀਤਾ ਜਾਦੂ ਟੁੱਟ ਜਾਵੇਗਾ, ਨਹੀਂ ਤਾਂ ਮੇਰੇ ਸਾਰੇ ਬੇਟੇ ਮਰ ਜਾਣਗੇ। ਪਰ ਤੂੰ ਖੁਦ ਹੀ ਸੋਚ ਕਿ ਮੈਂ ਐਦਾਂ ਦਾ ਘਰ ਕਿੱਥੋਂ ਲੱਭਦੀ। ਪੀਰ ਬਾਬੇ ਨੇ ਕਿਹਾ ਸੀ ਕਿ ਉਹਨਾਂ ਲੜਕੀਆਂ ਨੂੰ ਵੀ ਪੂਰੇ ਸਾਲ ਦੇ ਲਈ ਘਰ ਵਿੱਚ ਰੱਖਣਾ ਹੋਵੇਗਾ, ਨਹੀਂ ਤਾਂ ਉਹਨਾਂ ਉੱਪਰ ਵੀ ਜਾਦੂ ਹੋ ਜਾਵੇਗਾ। ਮੈਂ ਬੜੀ ਮੁਸ਼ਕਿਲ ਨਾਲ ਐਦਾਂ ਦਾ ਘਰਾਣਾ ਲੱਭਿਆ ਸੀ ਜਿੱਥੇ 5 ਲੜਕੀਆਂ ਸੀ। ਰੂਪਾ, ਤੂੰ ਖੁਦ ਦੇਖ, ਤੇਰੀਆਂ ਬੇਟੀਆਂ ਦਾ ਕੋਈ ਜੋੜ ਹੈ ਮੇਰੇ ਬੇਟਿਆਂ ਨਾਲ? ਨਹੀਂ ਨਾ, ਇਹ ਤਾਂ ਸਿਰਫ ਮੈਂ ਮਜਬੂਰੀ ਵਿੱਚ ਕੀਤਾ ਸੀ। 1 ਸਾਲ ਪੂਰਾ ਹੋਣ ਤੋਂ ਬਾਅਦ ਮੈਂ ਇਹਨਾਂ ਨੂੰ ਤਲਾਕ ਦਵਾ ਦੇਵਾਂਗੀ, ਪਰ ਉਦੋਂ ਤੱਕ ਤੂੰ ਇਹਨਾਂ ਨੂੰ ਇੱਥੇ ਹੀ ਰਹਿਣ ਦੇ। ਮੈਂ ਗੁੱਸੇ ਵਿੱਚ ਕਿਹਾ, ਤੈਨੂੰ ਸ਼ਰਮ ਨਹੀਂ ਆਉਂਦੀ ਇੱਦਾਂ ਦੀਆਂ ਗੱਲਾਂ ਕਰਦੀ ਨੂੰ? ਉਦੋਂ ਹੀ ਮੇਰੀ ਛੋਟੀ ਬੇਟੀ ਦਾ ਪਤੀ ਬੋਲਿਆ, ਮਾਂ,
ਮੈਂ ਤਾਂ ਆਪਣੀ ਪਤਨੀ ਨੂੰ ਹਰਗਜ਼ ਤਲਾਕ ਨਹੀਂ ਦੇਵਾਂਗਾ। ਮੇਰੀ ਪਤਨੀ ਵਿੱਚ ਤਾਂ ਕੋਈ ਐਬ ਵੀ ਨਹੀਂ ਆ। ਉਦੋਂ ਹੀ ਰੂਬੀ ਦਾ ਪਤੀ ਬੋਲਿਆ, ਮਾਂ ਮੈਂ ਇਹ ਸਭ ਇਸ ਕਰਕੇ ਬਰਦਾਸ਼ਤ ਕਰ ਰਿਹਾ ਸੀ ਕਿਉਂਕਿ ਤੁਸੀਂ ਕਾਲੇ ਜਾਦੂ ਦਾ ਤੋੜ ਕਰਨਾ ਚਾਹ ਰਹੇ ਸੀ, ਕਿਉਂਕਿ ਮੈਂ ਆਪਣੇ ਭਰਾਵਾਂ ਨੂੰ ਮਰਦੇ ਹੋਏ ਨਹੀਂ ਦੇਖ ਸਕਦਾ ਸੀ। ਪਰ ਇੱਕ ਗੱਲ ਯਾਦ ਰੱਖਣਾ, ਜਿੱਦਾਂ ਹੀ ਜਾਦੂ ਵਗੈਰਾ ਖਤਮ ਹੋਵੇਗਾ, ਮੈਂ ਆਪਣੀ ਪਤਨੀ ਨੂੰ ਪੂਰੀ ਇੱਜ਼ਤ ਨਾਲ ਆਪਣੇ ਹੀ ਘਰ ਵਿੱਚ ਰੱਖਾਂਗਾ। ਰੇਖਾ ਦੇ ਬਾਕੀ ਬੇਟਿਆਂ ਨੇ ਵੀ ਮੇਰੇ ਸਾਹਮਣੇ ਹੱਥ ਜੋੜ ਦਿੱਤੇ। ਉਹ ਬੋਲੇ, ਅਸੀਂ ਸਿਰਫ ਐਸੇ ਕਰਕੇ ਚੁੱਪ ਸੀ ਕਿਉਂਕਿ ਅਸੀਂ ਜਾਦੂ ਦਾ ਤੋੜ ਚਾਹੁੰਦੇ ਸੀ, ਨਹੀਂ ਤਾਂ ਸਾਨੂੰ ਆਪਣੀਆਂ ਪਤਨੀਆਂ ਪਸੰਦ ਹਨ। ਉਸ ਦਿਨ ਰੇਖਾ ਨੇ ਮੇਰੇ ਕੋਲੋਂ ਮਾफ़ੀ ਮੰਗ ਲਈ। ਉਹ ਬੋਲੀ, ਰੂਪਾ ਤੂੰ ਜਦੋਂ ਚਾਹੇ ਆਪਣੀਆਂ ਬੇਟੀਆਂ ਨੂੰ ਆ ਕੇ ਮਿਲ ਸਕਦੀ ਆਂ। ਬਸ ਥੋੜ੍ਹੇ ਮਹੀਨੇ ਹੋਰ ਰਹਿ ਗਏ ਹਨ, ਇਹਨਾਂ ਨੂੰ ਆਪਣੇ ਨਾਲ ਲੈ ਕੇ ਜਾਣਾ। ਮੈਂ ਆਪਣੀਆਂ ਬੇਟੀਆਂ ਨੂੰ ਪੁੱਛਿਆ ਤਾਂ ਉਹ ਬੋਲੀਆਂ, ਸਾਡੇ ਪਤੀ ਸਾਡੇ ਨਾਲ ਬਹੁਤ ਚੰਗੇ ਹਨ, ਉਹ ਤਾਂ ਬਸ ਆਪਣੀ ਮਾਂ ਦੀ ਖਾਤਰ ਚੁੱਪ ਰਹਿੰਦੇ ਹਨ। ਮੇਰੀਆਂ ਬੱਚੀਆਂ ਦਾ ਭਲਾ ਮੈਂ ਉਹਨਾਂ ਦਾ ਘਰ ਕਿਉਂ ਖਰਾਬ ਕਰਦੀ? ਇਸ ਕਰਕੇ ਮੈਂ ਚੁੱਪਚਾਪ ਆਪਣੇ ਘਰ ਵਾਪਸ ਆ ਗਈ। ਮੇਰੀਆਂ ਬੱਚੀਆਂ ਨੂੰ ਮੋਬਾਈਲ ਫੋਨ ਵੀ ਦਿੱਤੇ ਗਏ। ਹੁਣ ਉਹ ਮੇਰੇ ਨਾਲ ਗੱਲਾਂ ਕਰਦੀਆਂ ਰਹਿੰਦੀਆਂ। ਮੈਂ ਵੀ ਵਕਤ ਬੇਵਕਤ ਆਉਂਦੀ ਰਹਿੰਦੀ ਸੀ ਕਿਉਂਕਿ ਰੇਖਾ ਜਾਣ ਗਈ ਸੀ ਕਿ ਮੇਰੀਆਂ ਬੱਚੀਆਂ ਲਾਵਾਰਿਸ ਨਹੀਂ ਹਨ। ਦੋਸਤੋ, ਕਿਸੇ ਤੇ ਵੀ ਵਿਸ਼ਵਾਸ ਕਰਨ ਤੋਂ ਪਹਿਲਾਂ ਸਾਨੂੰ 1000 ਵਾਰ ਸੋਚ ਲੈਣਾ ਚਾਹੀਦਾ ਹੈ ਕਿ ਉਹ ਬੰਦਾ ਆਖਿਰ ਕਿਹੋ ਜਿਹਾ ਹੈ ਤੇ ਆਖਿਰ ਉਸ ਦੀ ਮਨਸ਼ਾ ਕਿਵੇਂ ਦੀ ਹੈ, ਕਿਉਂਕਿ ਅੱਜ ਕੱਲ੍ਹ ਤਾਂ ਮੁਫਤ ਦਾ ਕੋਈ ਪਾਣੀ ਵੀ ਨਹੀਂ ਦਿੰਦਾ, ਤਾਂ ਰਿਸ਼ਤੇ ਤਾਂ ਬਹੁਤ ਦੂਰ ਦੀ ਗੱਲ ਹੈ। ਜੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਪੰਜਾਬੀ ਆਵਾਜ਼ ਕਹਾਣੀਆਂ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਧੰਨਵਾਦ।